श्री नानक पद पंकज बंदन पद पंकज बंदना सिमरो अंगद दोख निकंदना अमरदास गुर हृदय त्यागो हृदय त्यागो श्री गुरु रामदास गुण गावो श्री अर्जन विघ्नन के नाशक विघ्नन के नाशक हर गोबिंद शुभ समत परिकाशक श्री हर राय नमो कर जोरी नमो कर जोरी गुर हर कृष्ण मनाए बहोरी तेग बहादुर परम कृपाला जी परम कृपाला श्री गुरु गोबिंद सिंह विसाला तरों तरा पर पुन पुन सीसा पुन पुन सीसा बंदों बार बार जगदीशा जिसमें है अमृत ज्ञान है मानक भगत बैराग श्री गुरु ग्रंथ साहिब उदद बंदों करे अनुराग एक ओंकारा सतगुरु तेह प्रसाद सत होए वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए श्री नानक तन धर कर हिंदू तुरक जन्म अपनो मन बिंदु जुगो जुग अटल साहिब श्री गुरु ग्रंथ साहिब जी महाराज जी की पावन पवित्र हजूरी अंदर हाजरियां भरे सत्कार युग सत्संगी जनों दोवें हाथ जोड़ के फतेह प्रवान करो आखो जी वाहिगुरु जी का खालसा वाहिगुरु जी की फतेह। सतगुरां जी की रहमत दे सदका जिथे असीं शामां दे दीवाना दौरान सतगुरां जी की अमृतमय बाणी का रस भिन्ना कीर्तन सरवण किया है, उस तो उपरंत चल रही लड़ीवार कथा के तहत आप जियां दे नाल विचारां करन दा समा प्राप्त होया है। सतगुरु जी की कृपा के सदका असीं पिछले दीवाना तो श्री गुरु नानक प्रकाश के पूर्व रात अध्याय 15वें का प्रसंग सरवण करते आ रहे हैं, जिस विच धन गुरु नानक साहिब जी महाराज मेहता कालू जी दोवां प्यो पुत नूं राय गुलार जी के सन्मुख पेश किया जाता है, जिथे राय गुलार धन गुरु नानक साहिब जी महाराज जी नूं अथाह प्यार बख्शिश करते हैं, प्रेम भावना मन दे विच धारण करते हैं, नाल नाल वैराग भी धारण कर लेंदे ने, मन दे विच वैराग पैदा होंदा है। उत्थे ही मेहता कालू जी के प्रति राय गुलार जी अते उन्हां दे दुआले जिहड़ी सभा लगी हुई है, जिन्ने भी दरबार के मंत्री ने, जिन्ने भी लोग सभा दे विच इकट्ठे हुए हैं, सारे के सारे मेहता कालू जी के प्रति कठोर शब्दों की वरतों करते हैं ते आखते ने कि इन्हां दा सुभाव बहुत निर्दयी है, इन्होंने अपने मन के विच दया विसार दी है ते अपने पुत्र दे नाल जो इहो जिहा रवैया वरतदे ने। ते फिर राय गुलार जी
ਮਹਿਤਾ ਕਾਲੂ ਜੀ ਨੂੰ ਸਮਝਾਉਣਾ ਵੀ ਕਰਦੇ ਨੇ ਵੀ ਤੁਸੀਂ ਆਪਣੇ ਪੁੱਤਰ ਦੇ ਨਾਲ ਇਹ ਕਠੋਰ ਸੁਭਾਅ ਵਾਲਾ ਜਿਹੜਾ ਧਾਰਨ ਕੀਤਾ ਹੈ ਨਾ, ਕਠੋਰਤਾ ਵਾਲਾ ਸੁਭਾਅ, ਇਹ ਤਿਆਗ ਦਿਓ। ਤੁਸੀਂ ਆਪਣੇ ਪੁੱਤਰ ਦੀ ਮਹਿਮਾ ਨੂੰ ਨਹੀਂ ਜਾਣਦੇ। ਤੁਹਾਡੇ ਤਾਂ ਕਰਮਾਂ ਦੇ ਅਨੁਸਾਰ ਇਹੋ ਜਿਹੀ ਬਿੱਧ ਬਣੀ ਹੋਈ ਹੈ ਵੀ ਜਿਵੇਂ ਕਲਪ ਬ੍ਰਿਸ਼ ਕਿਸੇ ਮਾਰੂਥਲ ਦੀ ਧਰਤੀ ਦੇ ਵਿੱਚ ਪੈਦਾ ਹੋ ਗਿਆ ਹੋਵੇ। ਪਾਪ ਉਸ ਮਾਰੂਥਲ ਦੀ ਧਰਤੀ ਦੇ ਵਿੱਚ ਜਿੱਥੇ ਕਲਪ ਬ੍ਰਿਸ਼ ਨੇ ਸਭ ਦੀ ਕਲਪਨਾ ਦੇ ਅਨੁਸਾਰ ਜੋ ਜੋ ਉਹਨਾਂ ਨੇ ਮੰਗਣਾ ਸੀ ਉਹ ਦਾਤਾਂ ਦੇਣੀਆਂ ਸੀ, ਪਰ ਉਹ ਮਾਰੂਥਲ ਦੇ ਵਿੱਚ ਪੈਦਾ ਹੋਇਆ ਹੋਣ ਦੇ ਕਾਰਨ ਉਹਦੀ ਸੰਭਾਲ ਵੀ ਨਹੀਂ ਹੋ ਰਹੀ, ਉਹਦੀ ਮਹਿਮਾ ਦਾ ਪਤਾ ਹੀ ਨਹੀਂ ਕਿਸੇ ਨੂੰ। ਕਹਿੰਦੇ ਇਸੇ ਤਰ੍ਹਾਂ ਜਿਵੇਂ ਤੁਹਾਡਾ ਪੁੱਤਰ ਪਾਰਸ ਦੀ ਨਿਆਈ ਹੈ, ਜਿਹੜਾ ਵੀ ਇਹਨਾਂ ਦੀ ਸੰਗਤ ਦੇ ਵਿੱਚ ਵਿਚਰਦਾ ਹੈ, ਉਹ ਸੋਹਣੇ ਸ਼ੁੱਧਤਾ ਵਾਲੇ ਜਿਹੜੇ ਗੁਣ ਨੇ ਉਹਦੇ ਜੀਵਨ ਦੇ ਵਿੱਚ ਆ ਜਾਂਦੇ ਨੇ। ਪਰ ਕਹਿੰਦੇ ਤੁਸੀਂ ਇਸ ਪਾਰਸ ਦੀ ਮਹਿਮਾ ਨੂੰ ਤਿਆਗ ਕੇ ਇਸ ਦੀ ਮਹਿਮਾ ਤੋਂ ਸੱਖਣੇ ਹੋਣ ਦੇ ਬਾਵਜੂਦ ਤੁਸੀਂ ਦੁਨੀਆ ਦੇ ਵਿੱਚ ਵਿਚਰਦੇ ਹੋਏ ਕੋਡੀਆਂ ਇਕੱਠੀਆਂ ਕਰਨ ਦੇ ਵਿੱਚ ਲੱਗੇ ਹੋਏ। ਰਾਏ ਗੁਲਾਰ ਜੀ ਵੱਖ-ਵੱਖ ਤਰੀਕਿਆਂ ਦੇ ਨਾਲ ਮਹਿਤਾ ਕਾਲੂ ਜੀ ਨੂੰ ਸਮਝਾਉਣਾ ਕਰਦੇ ਨੇ। ਆਓ ਹੋਰ ਕੀ ਵਿਚਾਰਾਂ ਰਾਏ ਗੁਲਾਰ ਜੀ ਅਤੇ ਮਹਿਤਾ ਕਾਲੂ ਜੀ ਦੇ ਸਨਮੁਖ ਆਉਂਦੀਆਂ ਨੇ। ਵਿਚਾਰਾ ਆਰੰਭ ਕਰਨ ਤੋਂ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸੀਸ ਝੁਕਾਉਂਦਿਆਂ ਹੋਇਆਂ ਆਪਣੀ ਰਸਨਾ ਤੋਂ ਉਚਾਰਨ ਕਰੀਏ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਸ਼੍ਰੀ ਨਾਨਕ ਤਨ ਧਰ ਕਰ ਹਿੰਦੂ, ਤਰੁਕ ਜਨਮ ਆਪਣੋ ਮਨ ਬਿੰਦੂ। ਹੁਣ ਇੱਥੇ ਰਾਏ ਗੁਲਾਰ ਜੀ ਆਖਦੇ ਨੇ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਹੜੇ ਮੁਕਤੀ ਦੇ ਦਾਤੇ ਨੇ, ਉਹ ਜਿਹੜੀ ਮਨੁ ਸਮ੍ਰਿਤੀ ਦੇ ਅਨੁਸਾਰ ਵਰਨ ਵੰਡ ਕੀਤੀ ਹੋਈ ਹੈ, ਤੇ ਉਸ ਵਰਨ ਵੰਡ ਦੇ ਅਨੁਸਾਰ ਜਿਸ ਕੁਲ ਦੇ ਵਿੱਚ, ਜਿਸ ਜਾਤ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਜਨਮ ਹੁੰਦਾ ਹੈ, ਭਾਵ ਬੇਦੀ ਕੁਲ ਦੇ ਵਿੱਚ, ਖੱਤਰੀ ਵੰਸ਼ ਦੇ ਵਿੱਚ, ਤੇ ਇਹ ਸਾਰੇ ਜਿਹੜੇ ਕੁਲ ਜਾਤ ਨੇ ਵਰਨ ਵੰਡ ਨੇ ਮਨੁ ਸਮ੍ਰਿਤੀ ਅਨੁਸਾਰ ਕੀਤੀ, ਤੇ ਉਸ ਦੇ ਅਨੁਸਾਰ ਇਹ ਜਿਹੜੇ ਬੇਦੀ ਕੁਲ ਨੇ ਜਾਂ ਖੱਤਰੀ ਵੰਸ਼ ਹੈ, ਇਹ ਹਿੰਦੂਆਂ ਦੇ ਅਧੀਨ ਆ ਜਾਂਦੀ। ਤੇ ਉਸੇ ਤਰ੍ਹਾਂ ਰਾਏ ਗੁਲਾਰ ਜੀ ਉਹ ਮਨੁ ਸਮ੍ਰਿਤੀਆਂ ਦੇ ਬਾਬਤ ਜੋ ਕੁਝ ਵੀ ਵਰਨ ਵੰਡ ਹੋਈ ਹੈ ਉਸ ਦੇ ਅਨੁਸਾਰ ਮਹਿਤਾ ਕਾਲੂ ਜੀ ਨੂੰ ਆਖਦੇ ਨੇ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਹੜੇ ਮੁਕਤੀ ਦੇ ਦਾਤੇ ਨੇ, ਦੁਨਿਆਵੀ ਤੌਰ ਦੇ ਉੱਤੇ ਜੇਕਰ ਦੇਖਿਆ ਜਾਵੇ, ਕਹਿੰਦੇ ਉਹਨਾਂ ਨੇ ਹਿੰਦੂਆਂ ਦੇ ਘਰ ਦੇ ਵਿੱਚ ਜਨਮ ਲਿਆ ਹੈ। ਤੁਰਕ ਜਨਮ ਆਪਣੋ ਮਨ ਬਿੰਦੂ, ਕਹਿੰਦੇ ਮੈਂ ਤੁਰਕਾਂ ਦੇ ਘਰ ਦੇ ਵਿੱਚ ਪੈਦਾ ਹੋਇਆ ਸਮਝਦਾ, ਮੇਰਾ ਘਰ ਤੁਰਕਾਂ ਦੇ ਘਰ ਦੇ ਵਿੱਚ ਜਨਮ ਹੋਇਆ। ਅਸਮੰਜਸ ਹੋਵੇ ਹੈ ਨਿਜ ਸਦਮਾ, ਰਾਖੋ ਸੇ ਮੁਕੰਦ ਪਦ ਪਦਮਾ। ਤੇ ਕਹਿੰਦਾ ਮੈਂ ਕਮਲ ਵਰਗੇ ਚਰਨਾਂ ਵਾਲੇ ਮੁਕਤੀ ਦੇ ਦਾਤੇ ਨੂੰ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਆਪਣੇ ਘਰ ਦੇ ਵਿੱਚ ਨਹੀਂ ਰੱਖ ਸਕਦਾ, ਕਿਉਂਕਿ ਇਸ ਗੱਲ ਦੀ ਇਜਾਜ਼ਤ ਸਾਡਾ ਸਮਾਜ ਨਹੀਂ ਦਿੰਦਾ। ਸਾਡਾ ਜਿਹੜਾ ਵਰਨ ਹੈ, ਜਿਹੜਾ ਸਾਡਾ ਮਜ਼ਹਬ ਹੈ, ਇਹ ਮਜ਼ਹਬ ਸਾਨੂੰ ਇਸ ਗੱਲ ਦੀ ਆਗਿਆ ਨਹੀਂ ਦਿੰਦਾ ਕਿ ਮੈਂ ਇੱਕ ਹਿੰਦੂ ਨੂੰ ਆਪਣੇ ਘਰ ਦੇ ਵਿੱਚ ਪਨਾਹ ਦੇ ਦੇਵਾਂ, ਕਿ ਮੈਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਆਪਣੇ ਘਰ ਦੇ ਵਿੱਚ ਰੱਖ ਲਵਾਂ। ਧੰਨ ਤ੍ਰਿਸ਼ਨਾ ਕਾਲੂ ਗੁਰ ਤੇਰੇ, ਇਨਕੋ ਖਰਚ ਲਿਓ ਕਰ ਮੇਰੇ। ਤੇ ਰਾਏ ਗੁਲਾਰ ਜੀ ਆਖਦੇ ਨੇ ਕਿ ਹੇ ਕਾਲੂ, ਜੇਕਰ ਤੁਹਾਡੇ ਮਨ ਦੇ ਵਿੱਚ ਧਨ ਦੇ ਪ੍ਰਤੀ ਤ੍ਰਿਸ਼ਨਾ ਹੈ, ਧਨ ਨੂੰ ਪ੍ਰਾਪਤ ਕਰਨ ਦੇ ਲਈ ਤੁਹਾਡੇ ਮਨ ਦੇ ਵਿੱਚ ਲਾਲਚ ਬਿਰਤੀ ਵਧੀ ਹੋਈ ਹੈ, ਤਾਂ ਕਹਿੰਦੇ ਇਸ ਤਰ੍ਹਾਂ ਕਰੋ ਵੀ ਜਿਹੜਾ ਤੁਹਾਡੇ ਪੁੱਤਰ ਦਾ ਜੋ ਵੀ ਰੋਜ਼ਾਨਾ ਦਾ ਖਰਚਾ ਹੈ ਨਾ, ਜੋ ਵੀ ਇਹਨਾਂ ਦੇ ਉੱਤੇ ਤੁਸੀਂ ਖਰਚ ਕਰਦੇ ਹੋ, ਉਨੀ ਰਕਮ ਤੁਸੀਂ ਮੇਰੇ ਕੋਲੋਂ ਲੈ ਜਾਵੋ। ਅਸ ਕਹਿ ਦਾਸ ਪਠਾਤਤ ਕਾਲਾ, ਜਹਿਰਾਨੀ ਖੋਕਰ ਮਦਸਾਲਾ। ਤੇ ਇਸੇ ਤਰ੍ਹਾਂ ਕਹਿੰਦੇ ਉਹਨਾਂ ਨੇ ਆਪਣੇ ਨੌਕਰ ਨੂੰ, ਰਾਏ ਗੁਲਾਰ ਜੀ ਨੇ ਆਪਣੇ ਸੇਵਕ ਨੂੰ ਤੁਰੰਤ ਹੀ ਉੱਥੇ ਭੇਜਿਆ, ਤੇ ਕਹਿੰਦੇ ਜਿੱਥੇ ਖੋਕਰ ਜਾਤ ਦੀ ਰਾਣੀ ਘਰ ਦੇ ਵਿੱਚ ਸੀ, ਭਾਵ ਜਿੱਥੇ ਮਾਇਆ ਦਾ ਪਹਿਰਾ ਸੀ, ਜਿੱਥੇ ਧਨ ਦੌਲਤ ਪਈ ਸੀ, ਉਸ ਅਸਥਾਨ ਦੇ ਉੱਤੇ ਆਪਣੇ ਸੇਵਕ ਨੂੰ ਭੇਜਿਆ ਹੈ। 20 ਰਜਤ ਪਨ ਆਨ ਸੋ ਦੀਨੇ, ਲੀਨ ਨਿਰਪਤ ਨਿਜ ਪਾਣ ਪ੍ਰਬੀਨੇ। ਤੇ ਇਸੇ ਤਰ੍ਹਾਂ ਉਹ ਸੇਵਕ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਿਤਾ ਜੀ ਨੂੰ 20 ਰਜਤ ਪਨ
ਦੇਣ ਦੇ ਵਾਸਤੇ ਜਿਹੜੇ ਲੈ ਕੇ ਆਇਆ ਸੀ ਉਹ 20 ਰਜਤ ਪੰਨ ਮਹਿਤਾ ਕਾਲੂ ਜੀ ਨੂੰ ਦੇਣ ਵਾਸਤੇ ਰਾਜਾ ਰਾਏ ਬੁਲਾਰ ਜੀ ਨੇ ਆਪਣੇ ਹੱਥਾਂ ਦੇ ਵਿੱਚ ਫੜੇ ਨੇ। ਜਬੇ ਦੇਣ ਲਾਗਿਓ ਕਰ ਕਾਲੂ ਹਵੈ ਕਹਿ ਬੋਲਿਓ ਲਜਤ ਵਿਸਾਲੂ। ਤੇ ਜਦੋਂ ਹੀ ਰਾਏ ਬੁਲਾਰ ਜੀ ਉਹ 20 ਰੁਪਏ 20 ਰਜਤ ਪੰਨ ਬਾਬਾ ਕਾਲੂ ਜੀ ਨੂੰ ਦੇਣ ਲੱਗੇ ਨੇ ਤੇ ਬਾਬਾ ਕਾਲੂ ਜੀ ਕਹਿੰਦੇ ਲਜਤ ਹੋ ਕੇ ਇਸ ਤਰ੍ਹਾਂ ਬੋਲੇ ਨੇ। ਬਾਬਾ ਕਾਲੂ ਜੀ ਨੇ ਆਪਣਾ ਅਪਮਾਨ ਸਮਝਿਆ। ਬਾਬਾ ਕਾਲੂ ਜੀ ਨੂੰ ਇੰਜ ਲੱਗਾ ਕਿ ਮੇਰੀ ਇਸ ਭਰੀ ਸਭਾ ਦੇ ਵਿੱਚ ਜਿਹੜੀ ਇੱਜ਼ਤ ਸੀ ਉਹਦੀ ਨਿਲਾਮੀ ਹੋ ਗਈ, ਮੈਨੂੰ ਬੇਇੱਜ਼ਤ ਕੀਤਾ ਜਾ ਰਿਹਾ। ਤੇ ਹੁਣ ਉਸ ਆਪਣੀ ਇੱਜ਼ਤ ਨੂੰ ਬਚਾਉਣ ਦੀ ਖਾਤਰ ਬਾਬਾ ਕਾਲੂ ਜੀ ਬੋਲਦੇ ਨੇ, ਨਹੀਂ ਬਿਸੂਰਤ ਮੈਂ ਇਹ ਦਰਬਾਰ ਕਰਦਾ ਸਦਾ ਕੋ ਕਾਰਜ ਸਰਬਾ। ਤੇ ਕਹਿੰਦੇ ਕਿਸੇ ਵੀ ਸੂਰਤ ਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਰਾਏ ਬੁਲਾਰ ਜੀ ਮੈਂ ਤੁਹਾਡੇ ਕੋਲੋਂ ਧਨ ਨਹੀਂ ਲਵਾਂਗਾ। ਜਿਹੜਾ ਤੁਸੀਂ ਇਹ ਧਨ ਮੈਨੂੰ ਦੇ ਰਹੇ ਹੋ ਨਾ, ਮੈਂ ਕਿਸੇ ਵੀ ਹਾਲਤ ਦੇ ਵਿੱਚ ਇਹ ਧਨ ਲੈਣ ਨੂੰ ਤਿਆਰ ਨਹੀਂ ਆ। ਕਹਿੰਦੇ ਸਦਾ ਇਹ ਮਾੜੇ ਕਰਮ ਕਰਦਾ। ਆਪਣੇ ਪੁੱਤਰ ਦੇ ਬਾਬਤ ਰਾਏ ਬੁਲਾਰ ਜੀ ਨੂੰ ਸਮਝਾਉਂਦੇ ਨੇ ਮਹਿਤਾ ਕਾਲੂ ਜੀ, ਕਹਿੰਦੇ ਮੈਂ ਤੁਹਾਡੇ ਕੋਲੋਂ ਧਨ ਨਹੀਂ ਲੈਣਾ ਤੇ ਜਿਹਦੇ ਖਾਤਰ ਤੁਸੀਂ ਇਹ ਧਨ ਦੇ ਰਹੇ ਹੋ ਨਾ, ਇਹ ਤਾਂ ਸਦਾ ਹੀ ਮਾੜੇ ਕਾਰਜ ਕਰਦਾ ਹੈ। ਮੁਝ ਪਾਸੇ ਨਿਜ ਘਰ ਵਿਵਹਾਰਾ ਕਿਉਂ ਨਿਰਭਾਵ ਹੈ ਕਰੋ ਵਿਚਾਰਾ। ਤੇ ਹੁਣ ਮਹਿਤਾ ਕਾਲੂ ਜੀ ਆਪਣੇ ਜਿੱਥੇ ਪੁੱਤਰ ਦੇ ਪ੍ਰਤੀ ਫਿਕਰਮੰਦ ਨੇ ਤੇ ਨਾਲ ਹੀ ਨਾਲ ਜੋ ਰਾਏ ਬੁਲਾਰ ਜੀ ਉਹਨਾਂ ਨੂੰ ਮਾਇਆ ਦਿੰਦੇ ਨੇ, ਧਨ ਦਿੰਦੇ ਨੇ, ਤੇ ਮਨਾ ਕਰਨ ਦਾ ਕਾਰਨ ਇਹ ਵੀ ਹੈ ਵੀ ਅੱਜ ਦਾ ਨੁਕਸਾਨ ਦੀ ਭਰਾਈ ਤਾਂ ਤੁਸੀਂ ਕਰ ਰਹੇ ਹੋ ਤੇ ਬਾਕੀ ਦਾ ਜੀਵਨ ਕਿਸ ਤਰ੍ਹਾਂ ਬਤੀਤ ਕਰਨਗੇ। ਤੇ ਰਾਏ ਬੁਲਾਰ ਜੀ ਨੂੰ ਆਖਦੇ ਨੇ, ਕਹਿੰਦੇ ਮੇਰੇ ਪਿੱਛੋਂ ਮੁਝ ਪਾਛੇ ਨੇ ਜੀ ਘਰ ਵਿਵਹਾਰਾ ਕਿ ਘਰ ਦਾ ਵਿਵਹਾਰ ਕਿਸ ਤਰ੍ਹਾਂ ਚੱਲੇਗਾ, ਇਹ ਕਿਸ ਤਰ੍ਹਾਂ ਘਰ ਦਾ ਗੁਜ਼ਾਰਾ ਚਲਾਉਣਗੇ। ਕਿਵ ਨਿਰਭਾਵੇ ਕਰੋ ਵਿਚਾਰਾ, ਇਸ ਗੱਲ ਤੇ ਜਰਾ ਵਿਚਾਰ ਕਰੋ। ਤੁਮ ਜੋ ਦੀਨ ਧਰਮ ਅਬ ਲਾਗੇ ਸਰਬ ਸੁਖ ਦੀਨੇ ਕਿਨੇ ਆਗੇ। ਤੇ ਮਹਿਤਾ ਕਾਲੂ ਜੀ ਆਖਦੇ ਨੇ ਕਿ ਰਾਏ ਬੁਲਾਰ ਜੀ ਵੀ ਜਿਹੜਾ ਤੁਸੀਂ ਹੁਣ ਮੈਨੂੰ ਧਨ ਦੌਲਤ ਦੇ ਰਹੇ ਹੋ, ਇਹ 20 ਰਜਤਪਣ ਦੀ ਰਾਸ਼ੀ ਮੇਰੀ ਝੋਲੀ ਪਾ ਰਹੇ ਹੋ, ਮੈਨੂੰ ਫੜਾ ਰਹੇ ਹੋ, ਤੇ ਪਹਿਲਾਂ ਇਸ ਗੱਲ ਦੀ ਵੀ ਵਿਚਾਰ ਕਰ ਲਓ ਵੀ ਇਸ ਤੋਂ ਪਹਿਲਾਂ ਦੇ ਜਿੰਨੇ ਵੀ ਘਰ ਦੇ ਵਿੱਚ ਮੈਂ ਸੁੱਖ ਭੋਗ ਰਿਹਾ ਹਾਂ ਉਹ ਕਿਸ ਦੇ ਦਿੱਤੇ ਹੋਏ ਹਨ। ਤਬ ਪ੍ਰਤਾਪ ਸਭ ਕੁਛ ਮੁਝ ਸਦਨਾ ਤਬ ਪ੍ਰਸਾਦ ਕਰ ਦਾਰਦ ਰਦਨਾ। ਤੇ ਕਹਿੰਦੇ ਤੁਹਾਡੇ ਪ੍ਰਤਾਪ ਦੇ ਨਾਲ, ਤੁਹਾਡੀ ਦਇਆ ਦੇ ਨਾਲ ਹੀ ਕਹਿੰਦੇ ਮੇਰੇ ਘਰ ਦੇ ਵਿੱਚ ਸਭ ਕੁਝ ਹੈ। ਤੁਹਾਡੇ ਕਰਕੇ ਹੀ ਮੈਂ ਘਰ ਦੇ ਵਿੱਚ ਜਿੰਨੀਆਂ ਵੀ ਵਸਤੂਆਂ ਨੇ ਉਹਨਾਂ ਵਸਤੂਆਂ ਦਾ ਸੁੱਖ ਭੋਗ ਰਿਹਾ। ਤੇ ਨਾਲ ਹੀ ਆਖਦੇ ਨੇ ਕਹਿੰਦੇ ਤੁਹਾਡੀ ਕਿਰਪਾ ਕਰਕੇ ਹੀ ਸਭ ਦਰਦ ਦੂਰ ਹੋਏ ਨੇ। ਮੇਰੇ ਸਾਰੇ ਦੁੱਖ ਦਲਿੱਦਰ ਜਿਹੜੇ ਨੇ ਉਹ ਤੁਹਾਡੀ ਰਜ਼ਾ ਦੇ ਨਾਲ, ਤੁਹਾਡੀ ਕਿਰਪਾ ਦੇ ਨਾਲ ਹੀ ਦੂਰ ਹੋਏ ਨੇ। ਕਿਹੋ ਰਾਏ ਅਬ ਤੋ ਇਹ ਲੀਜੈ ਬਹੁ ਜਾ ਵਿਦ ਕਾਰਜ ਕੀਜੈ। ਤੇ ਰਾਏ ਬੁਲਾਰ ਜੀ ਨੇ ਫਿਰ ਆਖਿਆ, ਕਹਿੰਦੇ ਮਹਿਤਾ ਕਾਲੂ ਜੀ ਕਹਿੰਦੇ ਹੁਣ ਤਾਂ ਇਹ ਰੁਪਏ ਫੜ ਹੀ ਲਵੋ, ਤੁਸੀਂ ਇਹ ਮਾਇਆ ਆਪਣੇ ਕੋਲ ਰੱਖ ਲਵੋ। ਤੇ ਕਹਿੰਦੇ ਬਾਅਦ ਦੇ ਵਿੱਚ ਇਸ ਤਰ੍ਹਾਂ ਕੰਮ ਕਰੋ। ਅਸਨ ਬਸਨ ਤੇ ਖਰਚ ਜੋ ਸਰਬਾ ਮਵ ਡਿਗ ਤੇ ਗਿਣ ਕਰ ਲਹਿ ਦਰਬਾ। ਤੇ ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਜਿੰਨਾ ਵੀ ਰਹਿਣ ਸਹਿਣ ਦਾ ਖਰਚਾ ਹੈ ਨਾ, ਉਹ ਸਾਰੇ ਦਾ ਸਾਰਾ ਖਰਚ ਮੈਨੂੰ ਸਮਝਾ ਦਵੋ ਤੇ ਉਹਨਾਂ ਧਨ ਮੇਰੇ ਕੋਲੋਂ ਗਿਣ ਕੇ ਲੈ ਜਾਵੋ। ਸੁਤ ਕੀ ਮਹਿਮਾ ਲਖ ਨ ਸਕਾਇਆ ਦਰਬ ਲੋਭ ਹਿਰਦਾ ਬਿਰਮਾਇਆ। ਕਹਿੰਦੇ ਤੁਸੀਂ ਆਪਣੇ ਪੁੱਤਰ ਦੀ ਮਹਿਮਾ ਨੂੰ ਸਮਝ ਨਹੀਂ ਸਕੇ, ਮਹਿਮਾ ਨੂੰ ਜਾਣ ਨਹੀਂ ਸਕੇ, ਤੇ ਇਸ ਕਰਕੇ ਕਹਿੰਦੇ ਤੁਸੀਂ ਧਨ ਦੇ ਲਾਲਚ ਦੇ ਵਿੱਚ ਹੀ ਤੁਹਾਡਾ ਜਿਹੜਾ ਸਾਰਾ ਹਿਰਦਾ ਹੈ, ਤੁਹਾਡਾ ਮਨ ਜਿਹੜਾ ਹੈ ਉਹ ਲਾਲਚ ਬਿਰਤੀ ਦੇ ਕਾਰਨ ਭਟਕ ਰਿਹਾ ਹੈ। ਧਨ ਆਨਹਿ ਜਾਣੇ ਸੁਖਦਾਇਕ ਸਤਪੰਥੀ ਕੋ ਕਹਿਤ ਨਲਾਇਕ। ਤੇ ਕਹਿੰਦੇ ਤੁਸੀਂ ਕੇਵਲ ਤੇ ਕੇਵਲ ਜੀਵਨ ਦੇ ਵਿੱਚ ਇਸ ਗੱਲ ਨੂੰ ਹੀ ਪੱਕਾ ਸਮਝ ਲਿਆ ਵੀ ਜੇਕਰ ਮੇਰੇ ਘਰ ਦੇ ਵਿੱਚ ਧਨ ਦੌਲਤ ਆਂਦੀ ਰਹੇਗੀ ਤਾਂ ਮੈਂ ਉਸ ਚੀਜ਼ ਨੂੰ ਸੁਖਦਾਇਕ ਮੰਨਦਾ। ਤੁਸੀਂ ਇਸ ਚੀਜ਼ ਨੂੰ ਹੀ ਸੁਖਦਾਇਕ ਸਮਝ ਲਿਆ ਵੀ ਘਰ ਦੇ ਵਿੱਚ ਕੇਵਲ ਧਨ ਹੀ ਆਉਣਾ ਚਾਹੀਦਾ ਹੈ, ਇਸ ਦੇ ਨਾਲ ਹੀ ਸਾਰੇ ਸੁੱਖ ਜਿਹੜੇ ਨੇ ਉਹ ਪ੍ਰਾਪਤ ਹੋ ਜਾਂਦੇ ਨੇ। ਕਹਿੰਦੇ ਸਤਪੰਥੀ ਕੋ ਕਹਿਤ ਨਲਾਇਕ, ਕਹਿੰਦੇ ਪਰ ਜਿਹੜੇ ਤੁਹਾਡੇ ਪੁੱਤਰ ਜੀ ਨੇ ਸੱਚੇ ਮਾਰਗ ਦੇ ਉੱਤੇ ਚੱਲਣ ਵਾਲੇ ਨੇ,
सच्चे मार्ग दे धारनी ने। कहते पर तुसी इस पुत्र नूं अपने इस गुणा तो नहीं जानते, इस करके तुसी इहनूं नलायक समझदे हो। भगत जगत की रहत एओंकत, एक तन गाहक इकले मुक्तन। कहते जिहड़े भगत ने ਜਾਂ ਜਿਹੜੇ ਜਗਤ ਦੇ ਲੋਕ ਨੇ, ਕਹਿੰਦੇ ਇਹ ਇਹਨਾਂ ਦੀ ਆਪਸ ਦੇ ਵਿੱਚ ਕਦੇ ਵੀ ਨਿਭ ਨਹੀਂ ਸਕਦੀ। ਇਹਨਾਂ ਦੀ ਆਪਸ ਦੇ ਵਿੱਚ ਕਦੇ ਵੀ ਵਿਚਾਰ ਜਿਹੜੇ ਨੇ ਉਹ ਮਿਲ ਨਹੀਂ ਸਕਦੇ। ਕਹਿੰਦੇ ਨਾਲ ਹੀ ਨਾਲ ਫਿਰ ਇਹ ਵੀ ਸਮਝਾਉਣਾ ਕਿੱਦਾਂ, ਕਹਿੰਦੇ ਇੱਕ ਧਨ ਗਾਹਕ ਇਕਲੇ ਮੁਕਤਨ। ਤੇ ਕਹਿੰਦੇ ਇੱਕ ਤਾਂ ਸਮਾਜ ਦੇ ਵਿੱਚ ਧਨ ਦੇ ਗਾਹਕ ਨੇ, ਇੱਕ ਤਾਂ ਸਮਾਜ ਦੇ ਵਿੱਚ ਜਿਹੜੇ ਜਗਤ ਦੇ ਲੋਕ ਨੇ, ਜਗਤ ਦੇ ਨਾਲ ਮੋਹ ਪਾਇਆ ਹੋਇਆ। ਉਹਨਾਂ ਲੋਕਾਂ ਦਾ ਸੁਭਾਅ ਤਾਂ ਇਹੋ ਹੈ ਕਿ ਉਹ ਸਮਾਜ ਦੇ ਵਿੱਚ ਧਨ ਇਕੱਠਾ ਕਰਨ ਦੇ ਵਿੱਚ ਲੱਗੇ ਹੋਏ ਨੇ। ਕਹਿੰਦੇ ਪਰ ਜਿਹੜੇ ਭਗਤ ਜਨ ਨੇ ਉਹ ਦੇਖਦੇ ਨੇ ਕਿ ਇਸ ਸੰਸਾਰ ਦੇ ਵਿੱਚ ਵਿਚਰਦਿਆਂ ਮੁਕਤੀ ਦਾ ਮਾਰਗ ਕਿਸ ਤਰ੍ਹਾਂ ਲੱਭਿਆ ਜਾ ਸਕਦਾ, ਕਿਸ ਤਰ੍ਹਾਂ ਅਸੀਂ ਮੁਕਤ ਹੋ ਸਕਦੇ ਹਾਂ। ਗਇਓ ਦਰਬ ਜਾਣਿਓ ਨਿਜ ਜੇਤੋ, ਮੋਹ ਨਿਕਟ ਤੇ ਲੇਵੋ ਤੇਤੋ। ਤੇ ਕਹਿੰਦੇ ਜਿੰਨਾ ਧਨ ਤੂੰ ਸਮਝਦਾ ਕਿ ਤੇਰੇ ਪੁੱਤਰ ਨੇ ਬਰਬਾਦ ਕੀਤਾ ਹੈ ਨਾ, ਇਹ ਕਾਲੂ ਜਿੰਨਾ ਤੁਹਾਡੇ ਪੁੱਤਰ ਨੇ ਹੁਣ ਤੱਕ ਦਾ ਧਨ ਬਰਬਾਦ ਕੀਤਾ ਤੁਹਾਨੂੰ ਲੱਗਦਾ ਹੈ, ਕਹਿੰਦੇ ਉਹ ਸਾਰੇ ਦਾ ਸਾਰਾ ਹਿਸਾਬ ਕਿਤਾਬ ਕਰਕੇ ਮੈਨੂੰ ਦੱਸ ਦਵੋ। ਤੇ ਕਹਿੰਦੇ ਉਨਾ ਹੀ ਧਨ ਤੁਸੀਂ ਮੇਰੇ ਕੋਲੋਂ ਪ੍ਰਾਪਤ ਕਰ ਲਵੋ। ਰਾਏ ਜੀਤ ਸੋ ਲੇਤ ਨ ਕਾਲੂ, ਭਇਓ ਪਰਸਪਰ ਕਹਿਨ ਵਿਸਾਲੂ। ਤੇ ਕਹਿੰਦੇ ਹੁਣ ਰਾਏ ਗੁਲਾਰ ਜੀ ਬਾਬਾ ਕਾਲੂ ਨੂੰ ਧਨ ਦਿੰਦੇ ਨੇ, ਤੇ ਕਹਿੰਦੇ ਪਰ ਬਾਬਾ ਕਾਲੂ ਜੀ ਆਪਣੀ ਇਸ ਗੱਲ ਦੇ ਵਿੱਚ ਸ਼ਰਮ ਮਹਿਸੂਸ ਕਰਦੇ ਨੇ। ਤੇ ਕਹਿੰਦੇ ਫਿਰ ਉਹ ਧਨ ਜਿਹੜਾ ਨੇ ਆਪਣੇ ਹੱਥਾਂ ਦੇ ਵਿੱਚ ਨਹੀਂ ਫੜਦੇ। ਨ੍ਰਿਪਤ ਅਮਾਤਜ ਬਾਤ ਸੁਪਾਖੀ, ਆਇਸ ਰਾਏ ਮਨ ਅਵਿਲਾਖੀ। ਤੇ ਕਹਿੰਦੇ ਕਿੰਨਾ ਚਿਰ ਹੀ ਰਾਜੇ ਅਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਿਤਾ ਜੀ ਦੇ ਵਿਚਕਾਰ ਵੀ ਇਹ ਕਹਿਣ ਸੁਣਨ ਦੀਆਂ ਗੱਲਾਂ ਜਿਹੜੀਆਂ ਨੇ ਇਹ ਕਿੰਨਾ ਚਿਰ ਹੀ ਚੱਲਦਾ ਰਿਹਾ। ਤੇ ਕਹਿੰਦੇ ਫਿਰ ਇੱਕ ਰਾਜੇ ਦੇ ਵਜ਼ੀਰ ਨੇ ਆਪਣੇ ਮੁਖ ਤੋਂ ਇੱਕ ਗੱਲ ਕਹੀ, ਕਹਿੰਦਾ ਰਾਜਾ ਜੀ ਜੇ ਤੁਹਾਡੀ ਆਗਿਆ ਹੋਵੇ, ਕਹਿੰਦੇ ਮੇਰੇ ਮਨ ਦੇ ਵਿੱਚ ਇੱਕ ਗੱਲ ਆਈ ਹੈ, ਜੇ ਤੁਹਾਡੀ ਆਗਿਆ ਹੋਵੇ ਤਾਂ ਕਹਿੰਦਾ ਮੈਂ ਉਹ ਗੱਲ ਤੁਹਾਡੇ ਸਾਹਮਣੇ ਰੱਖ ਸਕਦਾ ਹਾਂ। ਬਾਰ ਬਾਰ ਨੈ ਫੇਰ ਕਰੀਜੈ, ਬਿਨ ਵਿਚਾਰ ਬਚ ਬ੍ਰਿਦਨ ਮਨੀਜੈ। ਤੇ ਹੁਣ ਜਿਹੜੇ ਰਾਜੇ ਦੇ ਵਜ਼ੀਰ ਨੇ, ਭਾਵ ਰਾਏ ਗੁਲਾਰ ਜੀ ਦੀ ਸਭਾ ਦੇ ਵਿੱਚ ਜਿਹੜਾ ਉਹਨਾਂ ਦਾ ਵਜ਼ੀਰ ਬੈਠਾ ਹੋਇਆ ਹੈ ਨਾ, ਉਹ ਆਗਿਆ ਪਾ ਕੇ ਹੁਣ ਬਚਨ ਆਖਦੇ ਨੇ। ਕਹਿੰਦੇ ਬਾਰ-ਬਾਰ ਇਹ ਨਾ ਨਹੀਂ ਕਰਨੀ ਚਾਹੀਦੀ ਵੀ ਜੇਕਰ ਹੁਣ ਰਾਜਾ ਧਨ ਫੜਾ ਰਿਹਾ ਹੈ ਨਾ, ਜੇਕਰ ਰਾਏ ਗੁਲਾਰ ਜੀ ਮੈਂ ਤਾਂ ਕਾਲੂ ਜੀ ਨੂੰ ਧਨ ਫੜਾ ਰਹੇ ਨੇ, ਕਹਿੰਦੇ ਇਹ ਫੜ ਲੈਣਾ ਚਾਹੀਦਾ। ਬਿਨ ਵਿਚਾਰ ਬਚ ਬ੍ਰਿਦਨ ਮਨੀਜੈ, ਕਹਿੰਦੇ ਵੱਡਿਆਂ ਦੀ ਗੱਲ ਬਿਨਾਂ ਸੋਚੇ ਸਮਝੇ ਹੀ ਮੰਨ ਲੈਣੀ ਚਾਹੀਦੀ ਹੈ। ਕਬੋ ਨਾ ਝਿਰਕੋ ਤਪਲ ਲੋਚਨ, ਤਬ ਸੁਤ ਸੰਤ ਕੋ ਬੰਦ ਵਿਮੋਚਨ। ਤੇ ਕਹਿੰਦੇ ਕਵਲ ਲੈਣ ਵਾਲੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਅਗਾਹ ਤੋਂ ਕਦੇ ਵੀ ਨਾ ਝਿੜਕਣਾ, ਕਦੇ ਵੀ ਉਹਨਾਂ ਨੂੰ ਗੁੱਸੇ ਭਰੇ ਸ਼ਬਦ ਨਹੀਂ ਆਖਣੇ। ਤੇ ਕਹਿੰਦੇ ਤੇਰਾ ਪੁੱਤਰ ਜਿਹੜਾ ਹੈ ਉਹ ਮਨੁੱਖਤਾ ਨੂੰ, ਸਮਾਜ ਦੇ ਲੋਕਾਂ ਨੂੰ ਮੁਕਤੀ ਦੇ ਮਾਰਗ ਵੱਲ ਪਹੁੰਚਾਉਂਦਾ ਹੈ। ਜਿਹੜੇ ਜੀਵਨ ਦੇ ਵਿੱਚ ਲੋਕਾਂ ਨੇ ਮਾਇਆ ਦੇ ਬੰਧਨਾਂ ਨੂੰ ਘੇਰਾ ਪਾਇਆ ਹੈ ਨਾ ਲੋਕਾਂ ਨੂੰ, ਕਹਿੰਦੇ ਉਹ ਮਾਇਆ ਦੇ ਬੰਧਨ ਜਿਹੜੇ ਨੇ ਉਹ ਤੁਹਾਡੇ ਪੁੱਤਰ ਦੇ ਨਾਲ ਵਿਚਰਨ ਦੇ ਨਾਲ ਉਹ ਸਾਰੇ ਲੋਕਾਂ ਦੇ ਬੰਧਨ ਜਿਹੜੇ ਨੇ ਉਹ ਟੁੱਟ ਜਾਂਦੇ ਨੇ। ਇਸ ਤਰ੍ਹਾਂ ਕਹਿੰਦੇ ਉਹਨਾਂ ਬੰਧਨਾਂ ਤੋਂ ਛੁਟਕਾਰਾ ਪਵਾਉਂਦੇ ਨੇ। ਬਹੁਤ ਬਾਰ ਕਹਿ ਰਾਏ ਪ੍ਰਬੀਨੇ, ਨਿਜ ਕਰਤੇ ਕਾਲੂ ਕਰ ਦੀਨੇ। ਕਹਿੰਦੇ ਸ੍ਰੇਸ਼ਟ ਅਤੇ ਪ੍ਰਵੀਨ ਰਾਏ ਗੁਲਾਰ ਜੀ ਨੇ ਬਹੁਤ ਵਾਰ ਆਖਿਆ, ਬਹੁਤ ਬਾਰ ਕਹਿ ਰਾਏ ਪ੍ਰਵੀਨੇ, ਨਿਜ ਕਰਤੇ ਕਾਲੂ ਕਰ ਦੀਨੇ। ਤੇ ਕਹਿੰਦੇ ਬਹੁਤ ਵਾਰ ਰਾਏ ਗੁਲਾਰ ਜੀ ਨੇ ਬਾਰ-ਬਾਰ ਇਹ ਵਿਚਾਰ ਕੀਤੀ ਹੈ ਤੇ ਬਾਰ-ਬਾਰ ਉਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਿਤਾ ਜੀ ਮਹਿਤਾ ਕਾਲੂ ਜੀ ਦੇ ਹੱਥਾਂ ਵਿੱਚ ਫੜਾਉਂਦੇ ਨੇ। ਪੂਰਬ ਸੂਰਤ ਗਮਨਿਓ ਸਦਨਾ, ਅੰਤਰ ਬੈਸਿਓ ਲਜਤ ਬਦਨਾ। ਤੇ ਕਹਿੰਦੇ ਇਸੇ ਤਰ੍ਹਾਂ ਬਾਬੇ ਕਾਲੂ ਜੀ ਨੇ ਹੁਣ ਰਾਏ ਗੁਲਾਰ ਜੀ ਅਤੇ ਜਿਹੜੀ ਵਜ਼ੀਰ ਨੇ ਉਹ ਵਿਚਾਰ ਰੱਖੀ ਸੀ, ਉਸ ਵਿਚਾਰ ਨੂੰ ਮੰਨਦਿਆਂ ਹੋਇਆਂ ਬਾਬਾ ਕਾਲੂ ਜੀ ਨੇ ਉਹ ਧਨ ਪ੍ਰਾਪਤ ਕੀਤਾ, ਆਪਣੇ ਹੱਥਾਂ ਦੇ ਵਿੱਚ ਮਾਇਆ ਫੜ ਲਈ ਤੇ ਕਹਿੰਦੇ ਮਾਇਆ ਲੈ ਕੇ ਘਰ ਵੱਲ ਨੂੰ ਚਾਲੇ ਪਾ ਦਿੰਦੇ ਨੇ। ਤੇ ਘਰ ਜਾ ਕੇ ਕਹਿੰਦੇ ਇਕੱਲੇਪਣ ਦੇ ਵਿੱਚ ਰਹਿ ਕੇ ਉਦਾਸ ਹੋ ਕੇ ਬੈਠੇ ਰਹਿੰਦੇ ਨੇ। ਤਲਵੰਡੀ ਜੇਤੇ ਨਰ ਨਾਰੀ, ਸੁਣ ਕਰ ਕਹੇ ਵੱਡੋ ਬੁਰਿਆਰੀ। ਤੇ ਕਹਿੰਦੇ ਤਲਵੰਡੀ ਨਗਰ ਦੇ ਜਿੰਨੇ ਵੀ ਨਰ ਨਾਰੀ ਨੇ
जिन्ने भी इस्त्रियां पुरुष सन कहते बाबे कालू जी के बारे सारे ही बुराई कर रहे हैं। पूर्व निर्दय होए सुत मारा, निरपते ले तन आए अगारा। ते वो बुराई करते करते हुण आखदे ने कहते पहला तो अपने पुत्र के प्रति भैड़ा रवैया वरतिया, अपने पुत्र के प्रति निर्दयी हो गए, ते कहते बाद दे विच राजे दे कोल पेश होए ते राजे दे कोलों कहते धन लैके हुण घर दे विच आके बैठ गए हन। युगल कुकर्म कीन मन बिंदे जहते काल को नर निंदे। ते कहते इसे तरह दोवें भैड़े कर्म जिहड़े कीते ने अपने जीवन दे विच, पहला तो अपने पुत्र के प्रति निर्दयी सुभाव धारण किया, अपने पुत्र नूं मंदा चंगा बोलिया, ते बाद दे विच जिहड़ा दूजा कार्य किया कि राय गुलाब जी दे कोलों धन प्राप्त किया। ते कहंदे उन्हां लोकां नूं बहुत माड़े समझदे हन, ते जिथे किते भी बाबा कालू जी की निंदा हो रही है। पुर मैं सुन निंदा निज सरोना, बोल ना आप पयो मुख मोना। ते इसे तरह कहंदे सारे नगर दे विच बाबा कालू जी ने अपनी कन्ना दे नाल हुण वो सारी निंदा सुनी है, ते वो अपने बाबत हुण नगर दे लोकां दे कोलों जदों इहो जिहे विचार सुनदे ने ते बाबे कालू जी दा किसे दे नाल बोलण नूं मन नहीं करदा। ते इसे करके कहंदे हुण हर वेले चुपचाप रहिंदे हन। दुख हृदय मैं हवै कर भानी, और बेसूर कर पूर विचारी। ते इसे तरह कहंदे जदों हुण सुभाਅ दे विच इकल्लापन रहण दा मन बना लिया, सुभाਅ दे विच उदासी छाई हुई है, लोकां दे कोलों बुराई सुन रहे ने, जदों बार बार ये सारा कुछ सुनते ने ते कहंदे हुण मन दे विच एक विचार बनाई है। मरण भुलो जीवन तिक मेदो, जहते अपजस भयो कनोरो। ते कहंदे जिथे समाज दे विच मेरी इन्नी भारी बदनामी हो रही है ना, ते कहंदे मेरे जिउण दे उत्ते तिरकार है, ते कहंदे मेरा जिउणा इस जगत दे विच हुण जरूरी नहीं। कहंदे जिस तरीके दे नाल समाज दे लोग मेरी बुराई करते हैं, कहंदे इहदे नालों जिउण दी बजाय मैनूं मर जाना चाहिदा है। लेकर दरब भुलार अगारा, जाए पास मुख बचने उचारा। जदों हुण समाज दे लोकां दे ताने मेणे सुने ने मेहता कालू जी ने, जिहड़ा धन राय बुलार जी दे कोलों लैके आए सन, हुण मन दे विच इह विचार बनाई है कि यह धन वापस किया जाए। वो वापस 20 रजतपन लैके बाबा कालू जी राय बुलार दे घर दे विच चले जाते हैं, ते राय बुलार दे पास पहुँच के उन्होंने वचन किया है। भूपत लीजै अपनो दरबार, निंदा करत नगर मम सरबा। ते राजा जी उत्थे जाके आखदे ने, हे राजा जी मेरी गल सुनो, तुसी मैनू धन तां दे दिता, ये 20 रजतपन तां मेरे हत्थां दे उत्ते धक्के दे नाल ही मेरे रख दिते ने, पर कहंदे समाज दे लोग मेरी बहुत बुराई करते ने, मैनू माड़ा आखदे ने, मेरी निंदा करते ने, ते कहंदे इस करके नगर दे विच मेरी बहुत निंदा हो रही है, तुसी कृपा करके ये धन वापस लै लवो। कहत निरपत चित रोस बेसारे, कमल नैन ते लीन उधारे। ते इसे तरह कहंदे हुण राजे ने जिहने अपने मन दे विच किते ना किते मेहता कालू जी दे बाबत कदे गुस्सा धारण कीता सी, ਉਹ राजा राय बुलार जी ने ਉਹ सारा गुस्सा ਜਿਹੜਾ ਉਹ त्याग ਦਿੱਤਾ, गुस्से ਨੂੰ ਭੁਲਾ ਕੇ ਆਖਦੇ ਨੇ ਤੇ ਕਹਿੰਦੇ हे ਮਹਿਤਾ ਕਾਲੂ ਜੀ, ਤੁਸੀਂ ਕਹਿੰਦੇ ਇਹ ਹੁਣ ਜਿਹੜੀ ਮਾਇਆ ਮੇਰੇ ਕੋਲੋਂ ਲਈ ਹੈ ਨਾ, ਤੁਸੀਂ ਇਹ ਸਮਝ ਕੇ ਆਪਣੇ ਪਾਸ ਹੀ ਰੱਖ ਲਓ ਵੀ ਇਹ ਤੁਸੀਂ ਆਪਣੇ ਪੁੱਤਰ ਤੋਂ ਉਧਾਰੇ ਲਏ ਹੋਏ ਪੈਸੇ ਹਨ। ਸੋ ਦੀਨੇ ਜਾਵੋ ਨਿਜ ਸਾਲਾ, ਪੁਨ ਨਾ ਕ੍ਰੋਧ ਕਰ ਸੰਗ ਕਿਰਪਾਲਾ। ਤੇ ਕਹਿੰਦੇ ਇਸੇ ਲਈ 20 ਰਜਤਪਨ ਲੈ ਕੇ ਆਪਣੇ ਘਰ ਚਲੇ ਜਾਵੋ, ਤੇ ਕਹਿੰਦੇ ਫਿਰ ਕਦੇ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਤੀ ਗੁੱਸਾ ਨਾ ਧਾਰਨ ਕਰਿਓ। जब को जन्म्यो इन सुध पाई, एक बराट का कब न खटाई। ਤੇ ਹੁਣ ਜਿੱਥੇ ਮਹਿਤਾ ਕਾਲੂ ਜੀ ਨੂੰ ਰਾਏ ਬੁਲਾਰ ਇਹ ਆਖਦੇ ਨੇ ਵੀ ਤੁਸੀਂ ਇਹ ਸਮਝ ਲਓ ਵੀ ਇਹ ਤੁਹਾਡੇ ਪੁੱਤਰ ਨੇ ਤੁਹਾਨੂੰ ਜਿਹੜੇ 20 ਰੁਪਏ ਨੇ ਉਧਾਰੇ ਦਿੱਤੇ ਨੇ, ਤੇ ਫਿਰ ਇਸ ਦੇ ਬਾਬਤ
ਹੁਣ ਮਹਿਤਾ ਕਾਲੂ ਜੀ ਰਾਏ ਗੁਲਾਬ ਜੀ ਨੂੰ ਦੁਬਾਰਾ ਆਖਦੇ ਨੇ, ਕਹਿੰਦੇ ਇਸੇ ਗੱਲ ਦੀ ਤਾਂ ਸਾਰਾ ਝਗੜਾ ਹੈ। ਤੇ ਕਹਿੰਦੇ ਜਦੋਂ ਤੋਂ ਮੇਰੇ ਜਨਮ ਲਿਆ ਹੈ, ਜਦੋਂ ਤੋਂ ਮੇਰੇ ਘਰ ਦੇ ਵਿੱਚ ਇਹਨਾਂ ਨੇ ਜਨਮ ਲਿਆ ਹੈ ਤੇ ਹੋਸ਼ ਸੰਭਾਲੀ ਹੈ, ਤੇ ਕਹਿੰਦੇ ਇਸ ਨੇ ਘਰ ਦੇ ਵਿੱਚ ਇੱਕ ਕੌਡੀ ਵੀ ਖੱਟ ਕੇ ਨਹੀਂ ਲਿਆਂਦੀ। ਆਨ ਕਹਾਂ ਤੇ ਦੀਨ ਉਤਾਰਾ, ਧਨ ਖੱਟੇ ਤੋਂ ਕਿਉਂ ਵੈਰਾਰਾ। ਤੇ ਇਸੇ ਤਰ੍ਹਾਂ ਕਹਿੰਦੇ ਹੁਣ ਮੈਂ ਇਹ ਕੀ ਸਮਝਾਂ ਵੀ ਜਿਹੜਾ ਤੁਸੀਂ ਆਖਦੇ ਵੀ ਇਹਨਾਂ ਤੋਂ ਧਨ ਤੁਸੀਂ ਇਹ ਸਮਝੋ ਉਧਾਰ ਲਿਆ ਹੈ। ਕਹਿੰਦੇ ਜੇਕਰ ਕਿਸੇ ਤਰ੍ਹਾਂ ਦੀ ਕਮਾਈ ਕੀਤੀ ਹੋਵੇ ਤਾਂ ਹੀ ਮੈਂ ਸਮਝਾਂਗਾ ਨਾ ਵੀ ਇਹਨਾਂ ਤੋਂ ਮੈਂ ਉਧਾਰ ਲਏ ਨੇ। ਕਹਿੰਦੇ ਉਧਾਰ ਵੀ ਕਿਸ ਤਰ੍ਹਾਂ ਲਏ ਹੋਣਗੇ ਜਦ ਇਹਨਾਂ ਨੇ ਕਿਸੇ ਤਰ੍ਹਾਂ ਦੀ ਕਮਾਈ ਹੀ ਨਹੀਂ ਕੀਤੀ। ਸੁਨ ਕਾਲੂ ਤੁਝ ਕੋ ਸੁਧ ਨਾਹੀ, ਮਾਇਆ ਜਿਤੀ ਪਿਕਹੋਂ ਜਗ ਮਾਹੀ। ਤੇ ਇਸੇ ਤਰ੍ਹਾਂ ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਿਤਾ ਜੀ ਜਿਹੜੇ ਰਾਏ ਬੁਲਾਰ ਜੀ ਦੇ ਸਨਮੁਖ ਪੇਸ਼ ਹੋ ਕੇ ਉਹ ਵੀ ਰਜਤਪਨ ਵਾਪਸ ਕਰਨ ਗਏ ਸਨ। ਤੇ ਹੁਣ ਉਹ ਰਾਏ ਬੁਲਾਰ ਜੀ ਮਹਿਤਾ ਕਾਲੂ ਜੀ ਨੂੰ ਸਮਝਾਉਣਾ ਕਰਦੇ ਨੇ ਤੇ ਕਹਿੰਦੇ ਤੁਸੀਂ ਗੱਲ ਸੁਣੋ। ਹੇ ਕਾਲੂ ਜੀ, ਮਾਇਆ ਜਿੱਤੀ ਪਿਖਤ ਜਗਨ ਮਾਹੀ, ਤੇ ਤੇਰਾ ਹੋਸ਼ ਕਾਇਮ ਨਹੀਂ। ਭਾਵ ਤੁਸੀਂ ਹੋਸ਼ ਸੰਭਾਲ ਨਹੀਂ ਕਰਦੇ ਆਪਣੇ, ਤੁਹਾਡਾ ਮਨ ਜਿਹੜਾ ਹੈ ਉਹ ਡਾਵਾਂ ਡੋਲ ਹੈ, ਤੁਹਾਡੀ ਸੁਰਤ ਜਿਹੜੀ ਹੈ ਉਹ ਟਿਕਾਣੇ ਦੇ ਵਿੱਚ ਨਹੀਂ ਹੈ। ਤੇ ਕਹਿੰਦੇ ਇਸ ਕਰਕੇ ਜਿੰਨੀ ਵੀ ਮਾਇਆ ਦੇਖਦੇ ਹੋ ਜਗਤ ਦੇ ਵਿੱਚ, ਤੁਸੀਂ ਇਸ ਦੇ ਨਾਲ ਹੀ ਮੋਹ ਪਾਇਆ ਹੋਇਆ ਹੈ। ਸਭ ਵਰਤੇ ਨਾਨਕ ਅਨੁਸਾਰੀ, ਪਤ ਰਜਾਏ ਜੋ ਪਤ ਬ੍ਰਤ ਨਾਨੀ। ਤੇ ਕਹਿੰਦੇ ਜਿੰਨੀ ਵੀ ਜਗਤ ਦੇ ਵਿੱਚ ਇਹ ਧਨ ਦੌਲਤ ਦਾ ਪਸਾਰਾ ਪਸਰਿਆ ਹੋਇਆ ਹੈ, ਜੋ ਕੁਝ ਵੀ ਸਮਾਜ ਦੇ ਵਿੱਚ ਵਿਚਰਦਾ ਹੈ, ਤੇ ਕਹਿੰਦੇ ਇਹ ਤੁਹਾਡੇ ਪੁੱਤਰ ਦੇ ਅਧੀਨ ਹੀ ਹੋ ਰਿਹਾ। ਰਾਏ ਬੁਲਾਰ ਜੀ ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਬਾਬਤ ਜਿਹੜੀ ਉਹਨਾਂ ਦੀ ਮਹਿਮਾ ਹੈ, ਰਾਏ ਬੁਲਾਰ ਜੀ ਦੇ ਮਨ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਤੀ ਬਹੁਤ ਸ਼ਰਧਾ ਭਾਵਨਾ ਹੈ। ਤੇ ਇਸ ਕਰਕੇ ਹੁਣ ਰਾਏ ਬੁਲਾਰ ਜੀ ਮਹਿਤਾ ਕਾਲੂ ਜੀ ਨੂੰ ਆਖਦੇ ਹੁਣ ਕਿ ਜਿਹੜੀ ਮਾਇਆ ਦੇ ਮਗਰ ਤੁਸੀਂ ਭੱਜੇ ਫਿਰਦੇ ਹੋ, ਜਿਸ ਮਾਇਆ ਦੇ ਖਾਤਰ ਤੁਸੀਂ ਆਪਣੇ ਪੁੱਤਰ ਨੂੰ ਮੰਦਾ ਆਖਿਆ, ਜਿਸ ਦੇ ਖਾਤਰ ਤੁਸੀਂ ਆਪਣੇ ਪੁੱਤਰ ਦੇ ਪ੍ਰਤੀ ਕਠੋਰਤਾ ਵਾਲਾ ਸੁਭਾਅ ਧਾਰਨ ਕੀਤਾ ਸੀ, ਤੁਸੀਂ ਸ਼ਾਇਦ ਇਸ ਗੱਲ ਤੋਂ ਅਣਜਾਣ ਹੋ ਕਿ ਉਹ ਸਾਰੀ ਦੀ ਸਾਰੀ ਮਾਇਆ ਤੁਹਾਡੇ ਪੁੱਤਰ ਦੇ ਅਧੀਨ ਹੀ ਚੱਲਦੀ, ਤੁਹਾਡੇ ਪੁੱਤਰ ਦੇ ਹੁਕਮ ਦੇ ਵਿੱਚ ਹੀ ਸਾਰੀ ਉਹ ਮਾਇਆ ਵਿਚਰਦੀ ਹੈ। ਕਹਿੰਦੇ ਇਸ ਤਰ੍ਹਾਂ ਵਿਚਰਦੀ ਹੈ ਕਿ ਜਿਵੇਂ ਇੱਕ ਪਤਨੀ ਆਪਣੇ ਪਤੀ ਪ੍ਰਤ ਧਰਮ ਦੇ ਵਿੱਚ ਪੱਕੀ ਹੋ ਕੇ ਆਪਣਾ ਜੀਵਨ ਨਿਰਵਾਹ ਕਰਦੀ ਹੈ। ਸੰਪਤ ਸਰਬ ਤੁਰੰਗ ਮਤੰਗਾ, ਸਿਆੰਦਨ ਉਹ ਸੁਖਪਾਲ ਸੁਰੰਗਾ। ਤੇ ਹੁਣ ਰਾਜਾ ਜੀ ਆਖਦੇ ਨੇ ਰਾਏ ਬੁਲਾਰ ਜੀ, ਕਹਿੰਦੇ ਮੇਰੇ ਕੋਲ ਜਿੰਨੀ ਵੀ ਸਾਰੀ ਸੰਪਤੀ ਹੈ, ਜਿੰਨਾ ਵੀ ਧਨ ਦੌਲਤ ਹੈ, ਜਿੰਨੇ ਵੀ ਮੇਰੇ ਘਰ ਦੇ ਵਿੱਚ ਘੋੜੇ ਨੇ, ਜਿੰਨੀ ਵੀ ਫੌਜ ਹੈ, ਜਿੰਨੇ ਵੀ ਹਾਥੀ ਨੇ, ਰੱਥ ਹੈ, ਪਾਲਕੀਆਂ ਨੇ, ਜਿੰਨਾ ਵੀ ਕਹਿੰਦੇ ਮੈਨੂੰ ਮਾਣ ਵਡਿਆਈ ਮਿਲੀ ਹੋਈ ਹੈ ਨਾ, ਇਹ ਸਾਰਾ ਕੁਝ ਜੋ ਕੁਝ ਵੀ ਤੁਸੀਂ ਦੇਖ ਰਹੇ ਹੋ, ਔਰ ਜੇ ਮੁਝ ਕਰ ਸਭ ਵਡਿਆਈ, ਕਮਲ ਨੈਣ ਕੀ ਕਰੁਣਾ ਪਾਈ। ਕਹਿੰਦੇ ਸਮਾਜ ਦੇ ਲੋਕ ਜਿੰਨਾ ਵੀ ਮੈਨੂੰ ਆਦਰ ਮਾਣ ਦੇ ਰਹੇ ਨੇ, ਜਿੰਨਾ ਵੀ ਸਤਿਕਾਰ ਕਰਦੇ ਨੇ, ਕਹਿੰਦੇ ਤੁਹਾਡੇ ਪੁੱਤਰ ਦੀ ਮਿਹਰ ਦੇ ਨਾਲ ਹੀ ਸਾਰਾ ਕੁਝ ਪ੍ਰਾਪਤ ਕੀਤਾ ਹੈ। ਸੋ ਰਿਠਾ ਅਸਵਿਦ ਰਾਏ ਬੁਲਾਰ, ਕਾਲੂ ਕੋ ਸਮਝਾਵਈ, ਬਰ ਸ਼ਰਦਾ ਉਰਤਾਰ, ਪਰਮ ਪ੍ਰੇਮ ਉਪਜਾਵਈ। ਤੇ ਇਸੇ ਤਰ੍ਹਾਂ ਰਾਏ ਬੁਲਾਰ ਜੀ ਹੁਣ ਕਾਲੂ ਜੀ ਨੂੰ ਸਮਝਾ ਰਹੇ ਨੇ ਤੇ ਕਹਿੰਦੇ ਸ੍ਰੇਸ਼ਟ ਸ਼ਰਧਾ ਦਿਲ ਦੇ ਵਿੱਚ ਧਾਰ ਕਰਕੇ ਪਰਮ ਪ੍ਰੇਮ ਜਿਹੜਾ ਹੈ ਉਹਨਾਂ ਦੇ ਹਿਰਦੇ ਦੇ ਵਿੱਚ ਉਪਜ ਰਿਹਾ ਸੀ। ਦੋਹਰਾ ਬਦਨ ਇੰਦ ਸ਼ਬ ਮਦਨ ਸਮ, ਕਦਨ ਕੁਲਖ ਦੁਖ ਮੰਦ, ਸੁਵੇਸ਼ਾ ਹੈ ਵੈ ਵਿਚਰਤ ਨਗਰ, ਜਗਤ ਭਗਤ ਦਾ ਆਨੰਦ। ਤੇ ਹੁਣ ਇੱਥੇ ਕਵੀ ਸੰਤੋਖ ਸਿੰਘ ਜੀ ਚੂੜਾਮਣੀ ਜੀ ਇੱਥੇ 15ਵੇਂ ਅਧਿਆਇ ਦੀ ਪ੍ਰਸੰਗ ਕਰਦੇ ਹੋਏ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਤੀ ਹੁਣ ਅਲੰਕਾਰ ਬਣਦੇ ਹੋਏ ਸਮਝਾਉਣਾ ਕਰਦੇ ਨੇ। ਤੇ ਕਹਿੰਦੇ ਜਿਨ੍ਹਾਂ ਦਾ ਮੁਖੜਾ ਚੰਦਰਮਾ ਵਰਗਾ ਹੈ, ਤੇ ਕਹਿੰਦੇ ਕਾਮਦੇਵ ਵਰਗੀ ਜਿਨ੍ਹਾਂ ਦੀ ਸੁੰਦਰ ਮੂਰਤ ਹੈ, ਜਿਹੜੇ ਪਾਪਾਂ ਦਾ ਨਾਸ਼ ਕਰਤਾ ਨੇ, ਦੁੱਖਾਂ ਨੂੰ ਦੂਰ ਕਰਨ ਵਾਲੇ ਨੇ ਅਤੇ ਜਗਤ ਦੇ ਭਗਤਾਂ ਨੂੰ ਆਨੰਦ ਦੇਣ ਵਾਲੇ ਨੇ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਇਸ ਤਰ੍ਹਾਂ ਹੁਣ ਆਪਣੀ ਇੱਛਾ ਦੇ ਅਨੁਸਾਰ ਨਗਰ ਦੇ ਵਿੱਚ ਵਿਚਰਦੇ ਨੇ। ਇੱਥੇ 15ਵੇਂ ਅਧਿਆਇ ਦੀ ਸਮਾਪਤੀ ਹੁੰਦੀ ਹੈ। ਇਸ ਅਧਿਆਇ ਦੇ ਵਿੱਚ ਅਸੀਂ ਸਰਵਣ ਕਰ ਚੁੱਕੇ ਹਾਂ ਕਿ ਕਿਵੇਂ
ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚਾ ਸੌਦਾ ਕਰਕੇ ਵਾਪਸ ਆਪਣੇ ਘਰ ਦੇ ਵਿੱਚ, ਆਪਣੇ ਨਗਰ ਦੇ ਵਿੱਚ ਪਹੁੰਚਦੇ ਨੇ। ਤੇ ਇਸੇ ਤਰ੍ਹਾਂ ਸਾਰਾ ਕੁਝ ਵਿਚਰਦੇ ਹੋਏ ਜਦੋਂ ਰਾਏ ਬੁਲਾਰ ਜੀ ਦੇ ਸਨਮੁਖ ਉਹਨਾਂ ਨੂੰ ਬੁਲਾਇਆ ਜਾਂਦਾ, ਰਾਏ ਬੁਲਾਰ ਜੀ ਦੇ ਕੋਲ ਸਾਰੀ ਉਹ ਘਟਨਾ ਦਾ ਵਰਤਾਂਤ ਨਗਰ ਦੇ ਲੋਕ ਦੱਸਦੇ ਨੇ ਕਿ ਕਿਵੇਂ ਮਹਿਤਾ ਕਾਲੂ ਜੀ ਨੇ ਆਪਣੇ ਪੁੱਤਰ ਦੇ ਉੱਤੇ ਹੱਥ ਚੁੱਕਿਆ ਸੀ। ਜਿੱਥੇ ਰਾਏ ਬੁਲਾਰ ਜੀ ਇਹ ਸਾਰਾ ਕੁਝ ਦੇਖਦੇ ਹੋਏ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਗਲਵਕੜੀ ਦੇ ਵਿੱਚ ਲੈ ਕੇ ਪਿਆਰ ਦਿੰਦੇ ਨੇ। ਜਿੱਥੇ ਰਾਏ ਬੁਲਾਰ ਜੀ ਮਨ ਦੇ ਵਿੱਚ ਬੈਰਾਗ ਧਾਰਨ ਕਰਦੇ ਨੇ ਤੇ ਅੱਖਾਂ ਦੇ ਵਿੱਚ ਹੰਝੂ ਵੀ ਆ ਜਾਂਦੇ ਨੇ, ਉੱਥੇ ਮਹਿਤਾ ਕਾਲੂ ਜੀ ਨੂੰ ਤਾੜਨਾ ਕਰਦੇ ਹੋਏ ਉਹਨਾਂ ਨੂੰ ਸਮਝਾਉਣਾ ਕਰਦੇ ਨੇ ਕਿ ਜਿੰਨੀ ਵੀ ਧਨ ਦੌਲਤ ਦੇ ਮਗਰ ਤੁਸੀਂ ਲੱਗੇ ਫਿਰਦੇ ਹੋ ਨਾ, ਇਹ ਸਾਰੇ ਧਨ ਦੌਲਤ ਤੁਹਾਡੇ ਪੁੱਤਰ ਦੇ ਹੁਕਮ ਦੇ ਵਿੱਚ ਚੱਲਦੇ ਨੇ। ਉਹਨਾਂ ਦੇ ਹੁਕਮ ਦੇ ਅਧੀਨ ਹੀ ਸਾਰੀ ਮਾਇਆ ਦਾ ਪਸਾਰਾ ਚੱਲਦਾ ਹੈ। ਇਸ ਕਰਕੇ ਆਪਣੇ ਪੁੱਤਰ ਦੀ ਰਮਜ ਨੂੰ ਸਮਝੋ। ਤੇ ਫਿਰ ਅਖੀਰ ਦੇ ਵਿੱਚ ਕਵੀ ਜੀ ਆਖਦੇ ਨੇ ਕਿ ਇਸ ਤਰ੍ਹਾਂ ਹੁਣ ਦੁੱਖਾਂ ਦੇ ਨਾਸ਼ ਕਰਨ ਵਾਲੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੀ ਇੱਛਾ ਦੇ ਅਨੁਸਾਰ ਨਗਰ ਦੇ ਵਿੱਚ ਵਿਚਰਦੇ ਨੇ। ਇੱਥੇ ਅਧਿਆਇ 15ਵੇਂ ਦੀ ਸਮਾਪਤੀ ਹੈ। ਤੇ ਹੁਣ ਅਗਲੇ ਅਧਿਆਇ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਜੀਵਨ ਦੇ ਵਿੱਚੋਂ ਜਿੱਥੇ ਉਹ ਸੁਲਤਾਨਪੁਰ ਦੀ ਧਰਤੀ ਵੱਲ ਨੂੰ ਪਿਆਨਾ ਕਰਦੇ ਨੇ, ਸੁਲਤਾਨਪੁਰ ਦੀ ਧਰਤੀ ਵੱਲ ਨੂੰ ਚਾਲਾ ਪਾਉਂਦੇ ਨੇ, ਉਹ ਅਸੀਂ ਅਗਲੇ ਦੀਵਾਨਾਂ ਦੇ ਅਧਿਆਇ 16ਵੇਂ ਦੇ ਪ੍ਰਸੰਗ ਦੀ ਆਰੰਭਤਾ ਕਰਾਂਗੇ। ਵਿਚਾਰਾ ਕਰਦੇ ਹਾਂ ਭੁੱਲਾ ਚੁੱਕਾ ਹੋ ਜਾਣੀਆਂ ਸੁਭਾਵਕ ਨੇ, ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣਯੋਗ ਹੈ। ਬਖਸ਼ਦਾ ਹੋਇਆ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।